ਜਿਹੜਾ ਵਿਸ਼ਵਾਸ ਹੈ, ਭਰੋਸਾ ਹੈ, ਉਹ ਪਰਮਾਤਮਾ ਦੇ ਉੱਪਰ ਹੋਰ ਦ੍ਰਿੜ ਪ੍ਰਪੱਕ ਹੋ ਗਿਆ। ਸੋ ਜੈਦੇਵ ਮਹਾਰਾਜ ਭਗਤ ਜੀ ਜਿਹੜੇ ਹਨ, ਇਹਨਾਂ ਦੀ ਦੁਨੀਆ ਦੇ ਵਿੱਚ ਪ੍ਰਸਿੱਧੀ ਇਸ ਵਾਸਤੇ ਸੀ ਕਿ ਇਹ ਹਮੇਸ਼ਾ ਪਰਮਾਤਮਾ ਦੇ ਗੋਬਿੰਦ ਦੇ ਗੀਤ ਗਾਉਂਦੇ ਰਹਿੰਦੇ ਸਨ। ਕਿਹੜੇ ਗੀਤ? ਮਹਾਰਾਜ ਕਹਿੰਦੇ ਨੇ, ਲੋਕ ਜਾਣੇ ਇਹੋ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਆਹ ਸੰਸਾਰੀ ਲੋਕਾਂ ਵਰਗੇ ਗੀਤ ਨਹੀਂ ਜਿਨ੍ਹਾਂ ਦੇ ਵਿੱਚ ਕਾਮ ਦੀ ਚੇਸ਼ਟਾ ਹੈ, ਕਾਮ ਦੇ ਗੀਤ ਨਹੀਂ, ਪ੍ਰਭੂ ਦੇ ਨਾਮ ਦੇ ਗੀਤ। ਇਹ ਗੀਤ ਭਗਤ ਜੈਦੇਵ ਜੀ ਨੇ ਗਾਉਣੇ, ਔਰ ਜੋ ਇਹਨਾਂ ਦਾ ਰਸ ਉਸ ਵੇਲੇ ਬਣਿਆ ਕਰਦਾ ਉਹ ਕਿਸੇ ਕੋਲ ਨਹੀਂ ਸੀ। ਔਰ ਫਿਰ ਭਗਤ ਜੀ ਨੇ ਪਰਮੇਸ਼ਰ ਦੇ ਗੀਤਾਂ ਦੀ ਇੱਕ ਪੁਸਤਕ ਲਿਖਣੀ ਕੀਤੀ, ਕਹਿ ਲਓ ਇੱਕ ਪੋਥੀ ਲਿਖਣੀ ਕੀਤੀ। ਉਹ ਪੋਥੀ ਵੀ ਲਿਖਦੇ ਹਨ ਪ੍ਰਭੂ ਦੇ ਜਸ ਦੀ, ਉਹਦੇ ਵਿੱਚ ਪ੍ਰਭੂ ਦੇ ਗੀਤ, ਉਹਦੀ ਮਹਿਮਾ, ਉਹਦੀ ਵਡਿਆਈ ਲਿਖਿਆ ਕਰਦੇ, ਦਰਜ ਕਰਿਆ ਕਰਦੇ। ਭਗਤ ਜੈਦੇਵ ਸਾਹਿਬ ਦੀ ਜਿਹੜੀ ਬਾਣੀ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਵੀ ਦਰਜ ਹੈ। ਪਰਮਾਦ ਪੁਰਖ ਮਨੋਪਮੰ ਸਤ ਆਦ ਭਾਵ ਰਤੰ, ਇਹ ਸ਼ਬਦ ਅਸੀਂ ਗੁਰਬਾਣੀ ਵਿੱਚ ਪੜ੍ਹਦੇ ਹਾਂ। ਔਰ ਇਹ ਜਿਹੜਾ ਸ਼ਬਦ ਹੈ ਇਹ ਬਹੁਤ ਕਠਨ ਮਹਿੰਗੀ ਬਾਣੀ ਹੈ। ਇਹ ਭਗਤ ਬਾਣੀ ਵਿੱਚ ਦਮਦਮੀ ਟਕਸਾਲ ਦੇ ਵਿੱਚ ਸ਼ਬਦ ਨੂੰ ਕੰਠ ਕਰਵਾਇਆ ਜਾਂਦਾ ਹੈ ਜਦੋਂ ਕੋਈ ਸਿੰਘ ਗੁਰਬਾਣੀ ਦੀ ਸੰਥਿਆ ਪ੍ਰਾਪਤ ਕਰਦੇ ਹਨ। ਅਤੇ ਬਹੁਤ ਜ਼ਿਆਦਾ ਪਾਠੀ ਸਿੰਘ ਕਈ ਵਾਰੀ ਇਹ ਸ਼ਬਦ ਤੋਂ ਅਣਜਾਣ ਹੀ ਰਹਿੰਦੇ ਹਨ। ਇਹ ਸ਼ਬਦ ਨੂੰ ਸਹੀ ਉਚਾਰਨ ਦੇ ਕੇ ਨਹੀਂ ਪੜ੍ਹਦੇ, ਤਾਂ ਇਹ ਸ਼ਬਦ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਹੈ, ਭਗਤ ਬਾਣੀ ਦੇ ਵਿੱਚ ਭਗਤ ਜੈਦੇਵ ਜੀ ਦਾ ਗੁਜਰੀ ਰਾਗ ਦੇ ਵਿੱਚ ਹੈ। ਇਹਨੂੰ ਗੁਜਰੀ ਦਾ ਪਦਾ ਕਹਿ ਕਰਕੇ ਜਾਣਿਆ ਜਾਂਦਾ, ਭਗਤ ਜੈਦੇਵ ਸਾਹਿਬ ਜੀ ਦਾ। ਸੋ ਇਸ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਵੀ ਭਗਤ ਸਾਹਿਬ ਜੀ ਨੇ ਪਰਮੇਸ਼ਰ ਦੀ ਉਸਤਤ ਕੀਤੀ ਹੈ। ਪਰਮਾਦ ਪੁਰਖ ਮਨੋਪਮੰ ਸਤ ਆਦ ਭਾਵ ਰਤੰ, ਕਿ ਜੋ ਪਰਮਾਤਮਾ ਹੈ ਉਹ ਪਰਮਾਦ, ਉਹ ਵੱਡੇ ਤੋਂ ਵੱਡਾ ਹੈ। ਔਰ ਉਹ ਪਰਮਾਤਮਾ ਸਾਰਿਆਂ ਦਾ ਹੀ ਆਦਿ ਸਰੂਪ ਹੈ। ਭਾਵ ਜਿਵੇਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਆਦਿ ਸੱਚ ਜੁਗਾਦ ਸੱਚ, ਸਾਰੇ ਜਗਤ ਦਾ ਕਾਰਨ ਸਰੂਪ ਹੈ, ਆਦਿ ਮੁੱਢ ਸਰੂਪ ਹੈ। ਪਰਮਦ ਪੁਤੰ ਪਰਕ੍ਰਿਤ ਪਰੰ, ਸੋ ਪਰਮੇਸ਼ਰ ਅਦਭੁਤ ਤੋਂ ਅਦਭੁਤ ਹੈ, ਬੜਾ ਉਹ ਅਚਰਜ ਹੈ। ਉਹਨੂੰ ਜਾਣਨਾ ਸਾਧ ਸੰਗਤ ਜੀ ਬੜਾ ਕਠਿਨ ਹੈ, ਪਰੇ ਤੋਂ ਪਰੇ ਹੈ। ਫਿਰ ਉਹ ਪ੍ਰਮਾਤਮਾ ਵਾਹਿਗੁਰੂ ਸਾਹਿਬ ਜੀ ਪਰਕ੍ਰਿਤ ਮਾਇਆ ਤੋਂ ਪਰੇ ਹੈ। ਜਦ ਚਿੰਤ ਸਰਬ ਗਤੰ, ਜੋ ਪ੍ਰਮਾਤਮਾ ਸਾਰੇ ਕੁੱਲ ਜਹਾਨ ਦਾ ਚਿੰਤਨ ਕਰਨ ਯੋਗ ਹੈ। ਭਾਵ ਕਿ ਸਾਰਾ ਜਗਤ ਹੀ ਉਸ ਪਰਮੇਸ਼ਰ ਦਾ ਚਿੰਤਨ ਕਰੇ, ਉਹਦਾ ਸਿਮਰਨ ਕਰੇ, ਕਿਉਂਕਿ ਉਹਦਾ ਨਾਮ ਜਿਹੜੇ ਜਪਦੇ ਹਨ ਉਹਨਾਂ ਦੀ ਸਾਧ ਸੰਗਤ ਜੀ ਮੁਕਤੀ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ। ਔਰ ਸਰਬ ਗਤੰ, ਉਹ ਸਾਰਿਆਂ ਦੇ ਵਿੱਚ ਹੀ ਸਾਧ ਸੰਗਤ ਜੀ ਮਿਲਿਆ ਹੋਇਆ ਹੈ, ਪ੍ਰਾਪਤ ਰੂਪ ਹੈ। ਕੇਵਲ ਰਾਮ ਨਾਮ ਮਨੋਰਮੰ, ਸਿਰਫ ਉਸ ਪਰਮਾਤਮਾ ਦੇ ਨਾਮ ਨੂੰ ਭਾਈ ਉਚਾਰਨਾ ਕਰੋ। ਸੋ ਐਸਾ ਇਹ ਜਿਹੜਾ ਸ਼ਬਦ ਉਹਨਾਂ ਦਾ ਬੜਾ ਸੁੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਪ੍ਰਾਪਤ ਹੈ। ਔਰ ਇੱਥੇ ਭਾਈ ਗੁਰਦਾਸ ਸਾਹਿਬ ਜੀ ਨੇ ਉਹਨਾਂ ਦੀ ਕੇਵਲ ਇੱਕ ਜ਼ਿੰਦਗੀ ਦੀ ਜੋ ਉਹ ਘਟਨਾ ਉਹਨਾਂ ਦੇ ਜੀਵਨ ਵਿੱਚ ਵਰਤੀ ਪਰਮੇਸ਼ਰ ਵੱਲੋਂ, ਉਹਦਾ ਬਿਆਨ ਕਰ ਰਹੇ ਹਨ। ਪ੍ਰੇਮ ਭਗਤ ਜੈ ਦਿਓ ਕਰ, ਗੀਤ ਗੋਵਿੰਦ ਸਹਿਜ ਧੁਨ ਗਾਵੇ। ਕੀ ਕਰਦੇ ਹਨ ਭਗਤ ਜੈਦੇਵ ਜੀ? ਪ੍ਰੇਮਾ ਭਗਤੀ ਕਰਦੇ ਹਨ ਪਰਮੇਸ਼ਰ ਦੀ, ਉਹਦੇ ਪ੍ਰੇਮ ਦੇ ਵਿੱਚ ਭਗਤੀ ਕਰਦੇ ਨੇ। ਗੀਤ ਗੋਵਿੰਦ, ਗੀਤ ਗੋਵਿੰਦ ਨਾਮ ਦੀ ਇੱਕ ਉਹ ਕਿਤਾਬ ਜਿਹੜੀ ਹੈ ਤਿਆਰ ਕਰਦੇ, ਔਰ ਇਹਨਾਂ ਗੀਤਾਂ ਨੂੰ ਉਹ ਸਹਿਜ ਦੀ ਧੁਨੀ ਵਿੱਚ ਬੜੇ ਰਸ ਦੇ ਨਾਲ, ਆਨੰਦ ਦੇ ਨਾਲ ਉਹ ਪੜ੍ਹਦੇ ਰਹਿੰਦੇ, ਗਾਉਂਦੇ ਰਹਿੰਦੇ ਹਨ। ਲੀਲਾ ਚਲਤ ਵਖਾਣ ਦਾ
ਅੰਤਰ ਜਾਮੀ ਠਾਕੁਰ ਭਾਵੈ। ਸੋ ਉਹ ਪਰਮੇਸ਼ਰ ਪ੍ਰਭੂ ਪਿਆਰਾ ਅਨੇਕਾਂ ਪ੍ਰਕਾਰ ਦੀ ਜਿਹੜੀ ਉਸ ਦੀ ਲੀਲਾ ਹੈ, ਉਹਦੀ ਵਡਿਆਈ ਔਰ ਉਹਦੇ ਚਲਤ ਜਿਹੜੇ ਕੌਤਕ ਹਨ, ਉਹਦੇ ਆਦਿਕ ਜੋ ਪਰਮੇਸ਼ਰ ਬਖਸ਼ਿਸ਼ ਕਰਦਾ ਹੈ, ਉਸ ਅੰਤਰਜਾਮੀ ਪਰਮਾਤਮਾ ਠਾਕੁਰ ਮਾਲਕ ਦੇ ਅਨੇਕਾਂ ਚਲਤ ਕੌਤਕ ਇਹਨਾਂ ਨੂੰ ਵਿਖਾਣਦਾ ਹੈ ਭਗਤ ਜੈਦੇਵ। ਭਾਵ ਉਹਦੇ ਵਾਰ-ਵਾਰ ਉਹਦੇ ਨਾਮ ਦੀ ਵਡਿਆਈ ਕਰਦਾ, ਆਪਣੇ ਖਿਆਲ ਦੇ ਵਿੱਚ ਉਸ ਨੂੰ ਲੈ ਕੇ ਆਉਂਦਾ ਹੈ। ਉਹ ਪਰਮਾਤਮਾ ਜੋ ਅਨੇਕਾਂ ਕੌਤਕ ਕਰਨਹਾਰ ਹੈ, ਅੰਤਰਜਾਮੀ ਹੈ, ਅਨੇਕਾਂ ਉਸ ਦੀਆਂ ਲੀਲਾ ਹਨ, ਉਹ ਭਗਤ ਜੈਦੇਵ ਜੀ ਨੂੰ ਭਾਉਂਦਾ ਹੈ ਮਨ ਦੇ ਵਿੱਚ। ਅੱਖਰ ਇੱਕ ਨਾ ਆਵੜੈ, ਪੁਸਤਕ ਬੰਨ ਸੰਧਿਆ ਕਰ ਆਵੈ। ਇੱਕ ਦਿਨ ਕੀ ਹੋਇਆ, ਭਗਤ ਜੈਦੇਵ ਸਾਹਿਬ ਜੀ ਆਪਣਾ ਜੋ ਇਹ ਗ੍ਰੰਥ ਸੀ ਪਾਵਨ ਲਿਖ ਰਹੇ ਸਨ, ਗੀਤ ਗੋਬਿੰਦ ਨਾਮ ਦਾ, ਤੇ ਲਿਖਦਿਆਂ ਹੋਇਆਂ ਨੂੰ ਉਹ ਛੰਦ ਨੂੰ ਪੂਰਾ ਨਹੀਂ ਸੀ ਕਰ ਰਹੇ। ਇੱਕ ਅੱਖਰ ਨਹੀਂ ਸੀ ਔੜ ਰਿਹਾ ਉਹਨਾਂ ਨੂੰ ਕਿ ਕੀ ਲਿਖਾਂ ਇੱਕ ਲਾਈਨ ਪੂਰੀ ਕਰਨ ਵਾਸਤੇ। ਕਈ ਵਾਰੀ ਜਿਹੜੇ ਕਵੀ ਪੁਰਸ਼ ਹਨ, ਕਵਿਤਾ ਜਿਨ੍ਹਾਂ ਨੂੰ ਲਿਖਣ ਦੀ ਜਾਚ ਹੁੰਦੀ ਹੈ, ਬੜਾ ਬੜਾ ਟਾਈਮ ਵੀ ਲੱਗ ਜਾਂਦਾ ਲਿਖਣ ਲੱਗਿਆਂ। ਕਈ ਤਾਂ ਜਿਹੜੀ ਆਮ ਜੀ ਸਧਾਰਨ ਕਵਿਤਾ ਤੇ 2 ਮਿੰਟ 'ਚ ਹੀ ਲਿਖ ਦਿੰਦੇ ਹਨ। ਔਰ ਇਹ ਵੀ ਕਲਾ ਹੈ ਜਾਂ ਕਹਿ ਲਓ ਪਰਮੇਸ਼ਰ ਦੀ ਬਖਸ਼ਿਸ਼ ਹੈ। ਇੱਕ ਵਾਰ ਉਹਨਾਂ ਨੇ ਇੱਕ ਸ਼ਬਦ ਪੂਰਾ ਕਰਨ ਵਾਸਤੇ ਅੱਖਰ ਲਿਖਣਾ ਹੈ, ਪਰ ਉਹ ਅੱਖਰ ਪੂਰੇ ਨਹੀਂ ਪੈ ਰਹੇ। ਕਦੀ ਕੁਝ ਸੋਚਦੇ ਹਨ ਇੱਥੇ ਕੀ ਲਿਖਿਆ ਜਾਵੇ, ਤੇ ਸਾਧ ਸੰਗਤ ਜੀ ਇੱਕ ਵੀ ਸ਼ਬਦ ਜਿਹੜਾ ਸੀ ਉਹ ਪੂਰਾ ਨਹੀਂ ਉਤਰਿਆ। ਆਖਿਰਕਾਰ ਨਿਰਾਸ਼ ਹੋ ਕਰਕੇ ਪੁਸਤਕ ਨੂੰ ਬੰਦ ਕਰਕੇ ਪੁਸਤਕ ਬੰਨ ਸੰਧਿਆ ਕਰ ਆਵੈ। ਪੁਸਤਕ ਨੂੰ ਬੰਨਿਆ, ਲਪੇਟਿਆ ਔਰ ਬਾਹਰ ਆ ਜਾਣਾ ਕੀਤਾ ਪ੍ਰਸ਼ਾਦਾ ਛਕਣ ਵਾਸਤੇ ਘਰ ਦੇ ਕੰਮ ਵਿੱਚ। ਗੁਣ ਨਿਧਾਨ ਕਰ ਆਏ ਕੈ, ਭਗਤ ਰੂਪ ਲਿਖ ਲੇਖ ਬਣਾਵੈ। ਹੁਣ ਭਗਤ ਸਾਹਿਬ ਜੀ ਆਪ ਘਰ ਤੋਂ ਬਾਹਰ ਆ ਗਏ ਤੇ ਪਰਮੇਸ਼ਰ ਨੇ ਕੀ ਕੀਤਾ ਹੈ, ਗੁਣ ਨਿਧਾਨ ਘਰ ਆਏ ਕੈ, ਭਗਤ ਰੂਪ ਲਿਖ ਲੇਖ ਬਣਾਵੈ। ਉਸ ਵਾਹਿਗੁਰੂ ਜੋ ਗੁਣਾਂ ਦਾ ਨਿਧਾਨ ਖਜ਼ਾਨਾ ਰੂਪ ਹੈ, ਉਹਨੇ ਆਪਣੇ ਭਗਤ ਜੈਦੇਵ ਦਾ ਰੂਪ ਧਾਰਨ ਕਰ ਲਿਆ। ਭਗਤ ਸਾਹਿਬ ਜੀ ਘਰ ਤੋਂ ਬਾਹਰ ਚਲੇ ਗਏ ਤੇ ਆ ਕਰਕੇ ਅਜੇ ਭਗਤ ਤਾਂ ਸੱਚਮੁੱਚ ਬਾਹਰ ਸਨ, ਭਗਤ ਵਾਲਾ ਹੀ ਰੂਪ ਪਰਮੇਸ਼ਰ ਨੇ ਧਾਰਨ ਕਰ ਲਿਆ। ਔਰ ਅੰਦਰ ਜਾ ਕਰਕੇ ਹੁਣ ਕੀ ਕੀਤਾ, ਜਿੱਥੇ ਭਗਤ ਜੀ ਨੇ ਉਹ ਕਿਤਾਬ ਰੱਖੀ ਸੀ, ਉਹ ਪੁਸਤਕ, ਉਹ ਪੋਥੀ ਬਣਾ ਰਹੇ ਸਨ ਪ੍ਰਮਾਤਮਾ ਦੇ ਗੁਣਾਂ ਦੀ, ਉਹਦੇ ਗੀਤਾਂ ਦੀ, ਉਹਦੇ ਵਿੱਚ ਉਹ ਜਿਹੜਾ ਲੇਖ, ਉਹ ਸ਼ਬਦ ਘਟਦੇ ਸਨ, ਪੂਰਾ ਨਹੀਂ ਸੀ ਹੋਇਆ ਪਦਾ। ਉਹਨੂੰ ਪਰਮੇਸ਼ਰ ਨੇ ਆਪ ਲਿਖ ਦਿੱਤਾ, ਆਪ ਲਿਖਾਰੀ ਬਣ ਕਰਕੇ, ਭਗਤ ਦਾ ਰੂਪ ਧਾਰਨ ਕਰਕੇ। ਅੱਖਰ ਪੜ ਪ੍ਰਤੀਤ ਕਰ, ਹੋਏ ਬਿਸਮਾਦ ਨ ਅੰਗ ਸਮਾਵੈ। ਇੱਥੇ ਇਹਨਾਂ ਪੰਕਤੀਆਂ ਵਿੱਚ ਤਾਂ ਨਹੀਂ ਲਿਖਿਆ, ਪਰ ਇੱਥੇ ਕਈ ਵਿਦਵਾਨਾਂ ਨੇ ਜਿਹੜਾ ਭਗਤ ਜੈਦੇਵ ਸਾਹਿਬ ਜੀ ਦੀ ਜੀਵਨੀ ਲਿਖੀ ਉਹਦੇ ਵਿੱਚ ਲਿਖਿਆ ਹੈ, ਖੁੱਲ੍ਹੀ ਬੋਲੀ ਦੇ ਵਿੱਚ, ਵਾਰਤਕ ਦੇ ਵਿੱਚ। ਕਹਿੰਦੇ ਜਦੋਂ ਪਰਮੇਸ਼ਰ ਨੇ ਭਗਤ ਜੈਦੇਵ ਸਾਹਿਬ ਜੀ ਦਾ ਇਹ ਜਿਹੜੀ ਕਵਿਤਾ ਲਿਖ ਰਹੇ ਸਨ ਉਹ ਪੂਰੀ ਕਰਕੇ ਬਾਹਰ ਆਏ, ਤੇ ਭਗਤ ਸਾਹਿਬ ਦੀ ਜਿਹੜੀ ਘਰਵਾਲੀ ਸੀ, ਬੜੀ ਪਤੀਵਰਤਾ ਧਰਮ ਦੇ ਵਿੱਚ ਉਹ ਪਰਪੱਕ ਰਹਿਣ ਵਾਲੀ ਸੀ, ਉਹਨੇ ਆਖਿਆ ਆਓ ਤੁਸੀਂ ਹੁਣ ਪ੍ਰਸ਼ਾਦਾ ਛਕ ਲਓ। ਉਹਨੇ ਤੇ ਆਪਣਾ ਪਤੀ ਹੀ ਸਮਝਿਆ ਕਿ ਇਹ ਮੇਰੇ ਪਤੀ ਦੇਵ ਹਨ, ਜਿਹੜੇ ਅੰਦਰੋਂ ਹੁਣ ਦੁਬਾਰਾ ਲਿਖ ਕਰਕੇ ਆਏ ਹਨ। ਸਾਧ ਸੰਗਤ ਜੀ ਕਹਿਣ ਲੱਗੇ ਪ੍ਰਸ਼ਾਦਾ ਛਕੋ ਪਤੀ ਦੇਵ। ਮੰਜੇ ਤੇ ਬਿਠਾ ਕਰਕੇ ਪ੍ਰਸ਼ਾਦਾ ਛਕਾਇਆ, ਔਰ ਪਰਮੇਸ਼ਰ ਨੇ ਭਗਤ ਰੂਪ ਦੇ ਵਿੱਚ ਆਏ ਸਨ ਤੇ ਛਕ ਲਿਆ। ਅੱਧਾ ਪ੍ਰਸ਼ਾਦਾ ਛੱਡ ਦਿੱਤਾ, ਕਹਿਣ ਲੱਗੇ ਮੈਂ ਛਕ ਲਿਆ ਹੈ। ਇੰਨੇ ਵੱਡੇ ਭਾਗ ਕਿ ਪਰਮੇਸ਼ਰ ਆਪ ਭਗਤ ਰੂਪ ਹੋ ਕਰਕੇ ਮੰਜੇ ਤੇ ਆਰਾਮ ਕਰਨ ਲੱਗ ਪਏ,
ਤੇ ਭਗਤ ਸਾਹਿਬ ਦੀ ਜੋ ਪਤਨੀ ਸੀ ਉਹ ਪ੍ਰਸ਼ਾਦਾ ਛਕਣ ਲੱਗ ਪਈ ਆਪਣੀ ਰਸੋਈ ਦੇ ਵਿੱਚ, ਜਿੱਥੇ ਚੌਂਕਾ ਸੀ ਉਹਨਾਂ ਦਾ। ਪ੍ਰਸ਼ਾਦਾ ਛਕਦੀ ਹੈ, ਬਾਹਰੋਂ ਭਗਤ ਆਇਆ ਤੇ ਭਗਤ ਕਹਿੰਦਾ ਇਹ ਕੀ ਹੋਇਆ, ਮੈਨੂੰ ਭੋਜਨ ਅਜ ਤੂੰ ਛਕਾਇਆ ਨਹੀਂ ਤੇ ਪਹਿਲਾਂ ਆਪ ਛਕਣ ਬਹਿ ਗਈ। ਕਿਉਂਕਿ ਇਹ ਪੁਰਾਣੇ ਸਮੇਂ ਦੇ ਵਿੱਚ ਸਾਡੇ ਪਰਿਵਾਰਾਂ ਦਾ, ਸਾਡੇ ਭਾਈਚਾਰੇ ਦਾ ਇਹ ਧਰਮ ਸੀ, ਮਾਈਆਂ ਦਾ। ਉਹਨਾਂ ਦਾ ਇੱਕ ਗੁਣ ਸੀ ਕਿ ਜਿੰਨਾ ਚਿਰ ਆਪਣੇ ਪਤੀ ਦੇਵ ਨੂੰ ਜਾਂ ਪਰਿਵਾਰ ਨੂੰ ਪ੍ਰਸ਼ਾਦਾ ਨਹੀਂ ਸੀ ਛਕਾਉਂਦੀਆਂ, ਪਹਿਲਾਂ ਆਪ ਨਹੀਂ ਸੀ ਛਕਦੀਆਂ। ਹੁਣ ਤੇ ਪਹਿਲਾਂ ਆਪ ਛਕ ਕੇ ਫਿਰ ਦੂਜੇ ਪਾਸੇ ਸੋਚਦੀਆਂ ਵੀ ਹਾਂਜੀ ਤੁਹਾਨੂੰ ਭੁੱਖ ਲੱਗੀ ਹੈ ਕਿ ਜਾਂ ਉੱਦਾਂ ਹੀ ਚੱਲੇਗਾ। ਇੱਦਾਂ ਦਾ ਸਮਾਂ ਆ ਚੁੱਕਾ ਹੈ। ਭਗਤ ਸਾਹਿਬ ਹੈਰਾਨ ਹੋਏ ਵੀ ਇਸ ਪਤੀ ਵਰਤਾ ਇਸਤਰੀ ਨੇ ਪਹਿਲਾਂ ਮੈਨੂੰ ਛਕਾ ਕੇ ਫਿਰ ਹੀ ਛਕਾਉਂਦੀ ਸੀ, ਪਰ ਅੱਜ ਇਹ ਪਹਿਲਾਂ ਛਕ ਰਹੀ ਹੈ। ਜਦੋਂ ਇਹ ਪੁੱਛਿਆ ਤੇ ਕਹਿੰਦੀ ਤੁਸੀਂ ਪ੍ਰਸ਼ਾਦਾ ਛਕ ਤੇ ਲਿਆ? ਕਹਿੰਦਾ ਮੈਂ ਅਜੇ ਕਿੱਥੇ ਛਕਿਆ ਹੈ। ਜਦੋਂ ਮੰਜੇ ਵੱਲ ਧਿਆਨ ਮਾਰਿਆ ਤੇ ਉੱਥੇ ਕੋਈ ਭਗਤ ਨਹੀਂ ਹੈ, ਉਹ ਪਰਮੇਸ਼ਰ ਆਇਆ ਸੀ, ਚਲਾ ਗਿਆ। ਕਹਿੰਦੀ ਮੈਂ ਤੁਹਾਡਾ ਸ਼ੀਤ ਪ੍ਰਸਾਦ ਹੀ ਤੇ ਛਕ ਰਹੀ ਹਾਂ। ਤੁਹਾਡੇ ਛਕਣ ਤੋਂ ਬਾਅਦ ਭਗਤ ਜਿਹੜਾ ਸੀ ਉਹ ਕਹਿੰਦਾ ਧੰਨ ਹੈ ਤੂੰ ਵੱਡਿਆਂ ਭਾਗਾਂ ਵਾਲੀ ਹੈ, ਜਿਹਨੂੰ ਇੰਨਾ ਪ੍ਰਮਾਤਮਾ ਦੀ ਬਖਸ਼ਿਸ਼ ਹੋਈ। ਜਦੋਂ ਅੰਦਰ ਜਾ ਕਰਕੇ ਦੇਖਿਆ ਤੇ ਕੀ ਦੇਖਿਆ ਕਿ ਉਹ ਪੋਥੀ ਦੇ ਵਿੱਚ ਉਹ ਪਦਾ ਪੂਰਾ ਹੈ। ਉਹ ਸ਼ਬਦ ਜਿਹੜੇ ਘਟਦੇ ਸਨ ਕਵਿਤਾ ਦੇ ਉਹ ਪੂਰੇ ਹੋ ਗਏ ਤੇ ਦੌੜ ਕੇ ਬਾਹਰ ਆਇਆ ਤੇ ਉਹ ਜਿਹੜਾ ਪ੍ਰਸ਼ਾਦਾ, ਉਹ ਭੋਜਨ ਪਤਨੀ ਛਕ ਰਹੀ ਸੀ, ਉਹਨੂੰ ਆਪ ਛਕਣ ਲੱਗਾ ਤੇ ਪ੍ਰਮਾਤਮਾ ਦੇ ਗੁਣ ਗਾਇਨ ਕਰਨੇ ਸ਼ੁਰੂ ਕਰ ਦਿੱਤੇ। ਹੇ ਪ੍ਰਮਾਤਮਾ, ਤੂੰ ਆਪਣੇ ਭਗਤਾਂ ਦੀ ਲੱਜ ਪਾਲਦਾ ਹੈ, ਤੂੰ ਆਪਣੇ ਭਗਤਾਂ ਦਾ ਪਿਆਰਾ ਹੈ। ਔਰ ਪਤਨੀ ਨੂੰ ਕਹਿੰਦਾ ਤੂੰ ਵੱਡਿਆਂ ਭਾਗਾਂ ਵਾਲੀ ਹੈ ਜਿਸ ਨੂੰ ਇਹ ਬਖਸ਼ਿਸ਼ ਪ੍ਰਾਪਤ ਹੋਈ ਹੈ। ਅੱਖਰ ਪੜ੍ਹ ਪ੍ਰਤੀਤ ਕਰ, ਹੋਏ ਵਿਸਮਾਦ ਨਾ ਅੰਗ ਸਮਾਵੈ। ਜਦੋਂ ਅੱਖਰ ਪੜ੍ਹੇ ਤੇ ਜਿਹੜਾ ਹੈ ਉਹ ਤੇ ਭਰੋਸਾ ਵੀ ਕੀਤਾ ਕਿ ਆ ਪਰਮੇਸ਼ਰ ਦੀ ਬਖਸ਼ਿਸ਼ ਹੈ। ਮੈਨੂੰ ਇਹ ਸ਼ਬਦ, ਇਹ ਅੱਖਰ ਅੱਜ ਔੜ ਨਹੀਂ ਸੀ ਰਹੇ, ਮੇਰੀ ਬੁੱਧੀ ਦੇ ਵਿੱਚ ਆ ਹੀ ਨਹੀਂ ਸੀ ਰਹੇ ਵੀ ਮੈਂ ਕੀ ਲਿਖਾਂ ਇੱਥੇ, ਪਰ ਪਰਮੇਸ਼ਰ ਨੇ ਆਣ ਕਰਕੇ ਲਿਖ ਦਿੱਤੇ ਨੇ, ਮੇਰਾ ਰੂਪ ਧਾਰਨ ਕਰਕੇ। ਕਹਿੰਦੇ ਭਗਤ ਵਿਸਮਾਦ ਵਿੱਚ ਚਲਾ ਗਿਆ ਹੈ, ਹੈਰਾਨਗੀ ਵਿੱਚ ਚਲਾ ਗਿਆ ਹੈ, ਅਚਰਜਤਾ ਦੇ ਵਿੱਚ ਚਲਾ ਗਿਆ ਹੈ। ਉਹਦਾ ਹੁਣ ਅੰਗ ਅੰਗ ਸਮਾ ਨਹੀਂ ਰਿਹਾ। ਐਸੀ ਹੈਰਾਨਗੀ ਖੁਸ਼ੀ ਭਰੀ ਹੋਈ, ਖੁੱਲਿਆ ਨਹੀਂ ਸਮਾਉਂਦਾ ਕਿ ਮੇਰੇ ਕੰਮ ਦੇ ਵਿੱਚ ਪਰਮੇਸ਼ਰ ਨੇ ਆਪ ਸਹਾਇਤਾ ਕਰ ਦਿੱਤੀ ਹੈ। ਵੇਖੈ ਜਾਏ ਉਜਾੜ ਵਿੱਚ, ਬਿਰਖ ਇੱਕ ਆਚਰਜ ਸੁਹਾਵੈ। ਸੋ ਜਦੋਂ ਫਿਰ ਭਗਤ ਜੀ ਐਸੇ ਸਤ ਸੰਗਤ ਜੀ ਵਿਸਵਾਦ ਦੇ ਵਿੱਚ ਗਏ ਤਾਂ ਕਹਿੰਦੇ ਪੜ੍ਹ ਕਰਕੇ, ਉਹਨਾਂ ਸ਼ਬਦਾਂ ਨੂੰ ਵੇਖ ਕਰਕੇ, ਵਿਸਮਾਦ ਵਿੱਚ ਆਣ ਕਰਕੇ ਭਗਤ ਜੀ ਫਿਰ ਉਸ ਜੰਗਲ ਦੇ ਵਿੱਚ ਗਿਆ ਤਾਂ ਉੱਥੇ ਉਹਨਾਂ ਨੂੰ ਇੱਕ ਬਹੁਤ ਹੀ ਅਚਰਜ ਜਿਹਾ ਇੱਕ ਦਰਖਤ ਜਿਹੜਾ ਬ੍ਰਿਸ਼ ਸੀ ਉਹ ਦੇਖਿਆ। ਉਹਨੂੰ ਵੇਖ ਕਰਕੇ ਬੜਾ ਹੈਰਾਨ ਹੋਏ ਹਨ। ਗੀਤ ਗੋਬਿੰਦ ਸੰਪੂਰਨ ਪਤ, ਪਤ ਲਿਖਿਆ ਅੰਤ ਨਾ ਪਾਵੈ। ਹੋਰ ਕੀ ਹੈਰਾਨਗੀ ਹੋਈ ਵੀ ਕਿਤੇ ਮਨ ਦੇ ਵਿੱਚ ਹੰਕਾਰ ਨਾ ਪੈਦਾ ਹੋ ਜਾਵੇ ਕਿ ਸ਼ਾਇਦ ਪਰਮੇਸ਼ਰ ਜਿਹੜਾ ਹੈ ਉਹ ਮੇਰੇ ਕੋਲ ਹੀ ਹੈ ਤੇ ਮੇਰੇ ਹੀ ਕੰਮ ਕਰਨ ਵਾਸਤੇ ਬਣਿਆ ਹੋਇਆ ਹੈ, ਜਾਂ ਇਹ ਜਿਹੜੀ ਉਸਤਤ ਮੈਂ ਲਿਖਦਾ ਹਾਂ ਇਹ ਕੇਵਲ ਮੇਰੇ ਕੋਲ ਹੀ ਹੈ, ਇਹ ਉਸਤਤ ਕਿਤੇ ਹੋਰ ਜਗ੍ਹਾ ਨਹੀਂ ਪ੍ਰਮਾਤਮਾ ਦੀ। ਇਹ ਜਿਹੜੇ ਪ੍ਰਮਾਤਮਾ ਦੇ ਗੀਤ ਹਨ ਉਸ ਗੋਬਿੰਦ ਦੇ। ਇੱਕ ਐਸਾ ਦਰਖਤ ਉੱਥੇ ਦੇਖਿਆ, ਗੀਤ ਗੋਬਿੰਦ ਸੰਪੂਰਨੋ ਪਤ ਪਤ ਲਿਖਿਆ ਅੰਤ ਨ ਪਾਵੈ। ਇੱਕ ਐਸਾ ਅਚਰਜ ਦਰਖਤ ਦੇਖਿਆ ਹੈ ਭਗਤ ਜੀ ਨੇ। ਕਿਹੜਾ ਦਰਖਤ? ਉਸ ਦਰਖਤ ਦੇ ਹਰ ਇੱਕ ਪੱਤੇ ਦੇ ਉੱਪਰ, ਜੋ ਜੋ ਵੀ ਪੱਤਾ ਹੈ ਉਹਦੇ ਉੱਪਰ ਹੀ ਸੰਪੂਰਨ ਪਰਮਾਤਮਾ ਦੇ ਗੀਤ ਲਿਖੇ ਹੋਏ ਨੇ। ਉਸ ਗੋਬਿੰਦ ਦੇ ਗੀਤ ਲਿਖੇ ਹਨ ਜਿਨ੍ਹਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਇੰਨੇ ਉਹ ਭਾਵ ਵਾਲੇ ਹਨ, ਭਾਵ ਕਿ ਉਹਨਾਂ ਦਾ ਥਾਹ ਨਹੀਂ ਪੈਂਦਾ। ਪਰਮੇਸ਼ਰ ਦੀ ਭਗਤੀ ਪੱਤੇ ਪੱਤੇ 'ਤੇ ਲਿਖੀ ਹੋਈ ਹੈ। ਮਨ ਵਿੱਚ ਇਹ ਨਾ ਆ ਜਾਏ ਕਿ ਮੈਂ ਐਡਾ ਵੱਡਾ ਗ੍ਰੰਥ ਲਿਖ ਦਿੱਤਾ ਹੈ ਜਿਹੜਾ ਕਿ ਮੈਂ ਹੀ ਲਿਖਿਆ ਹੈ ਤੇ ਜਿਹਦੇ ਵਿੱਚ ਪਰਮਾਤਮਾ ਨੇ ਵੀ ਆਣ ਕਰਕੇ ਇੱਕ ਸ਼ਬਦ ਪੂਰਾ ਕੀਤਾ ਹੈ। ਬਾਹਰ ਹੈਰਾਨਗੀ ਦੀ ਹੱਦ ਨਾ ਰਹੀ। ਇੱਕ ਐਸਾ ਦਰਖਤ ਦੇਖਿਆ ਜਿਹਦੇ ਉੱਪਰ ਪੱਤੇ ਪੱਤੇ ਦੇ ਉੱਪਰ
ਜਿੱਦਾਂ ਦੇ ਭਗਤ ਜੈਦੇਵ ਜੀ ਨੇ ਉਹ ਲਿਖੇ ਸਨ ਸ਼ਬਦ, ਉੱਦਾਂ ਦੇ ਲਿਖੇ ਜਿਨ੍ਹਾਂ ਦਾ ਕੋਈ ਆਦ ਅੰਤ ਨਹੀਂ ਹੈ, ਸਮਝ ਤੋਂ ਪਰੇ ਹਨ ਜੀ। ਭਗਤ ਹਿਤ ਪ੍ਰਕਾਸ਼ ਕਰ, ਹੋਏ ਦਇਆਲ ਮਿਲੇ ਗਲ ਲਾਵੈ। ਸੋ ਇਸ ਤਰ੍ਹਾਂ ਪ੍ਰਮਾਤਮਾ ਨੇ ਸਾਧ ਸੰਗਤ ਜੀ ਇਹ ਕਰਨਾ ਕੀਤਾ ਹੈ। ਭਗਤ ਨੇ ਜਾਣ ਲਿਆ ਕਿ ਭਗਤ ਹੇਤ, ਕਿ ਇੱਥੇ ਤਾਂ ਭਗਤੀ ਵਾਸਤੇ ਪ੍ਰਮਾਤਮਾ ਨੇ ਹਿਤ ਕਰਕੇ, ਪ੍ਰੇਮ ਕਰਕੇ ਇਹ ਪ੍ਰਕਾਸ਼ ਕੀਤਾ, ਪ੍ਰਗਟ ਹੋਣਾ ਕੀਤਾ ਹੈ। ਤੇ ਹੁਣ ਜੇਕਰ ਪ੍ਰਮਾਤਮਾ ਮੈਨੂੰ ਕਿਰਪਾ ਕੀਤੀ ਹੈ, ਮੈਨੂੰ ਗਲੇ ਨਾਲ ਲਾ ਲਿਆ ਹੈ ਪ੍ਰਮਾਤਮਾ ਨੇ, ਮੇਰੇ ਊਣੇ ਕੰਮ ਦੇ ਵਿੱਚ ਉਹਨੇ ਪੂਰਨਤਾ ਬਖਸ਼ਿਸ਼ ਕਰ ਦਿੱਤੀ ਹੈ, ਤੇ ਉਹ ਉਹਦੀ ਬਖਸ਼ਿਸ਼ ਹੈ। ਸਾਧ ਸੰਗਤ ਜੀ ਫਿਰ ਭਗਤ ਹੇਤ ਪ੍ਰਗਾਸ਼ ਕਰ, ਹੋਏ ਦਇਆਲ ਮਿਲੇ ਗਲ ਲਾਵੇ। ਭਗਤ ਜੈਦੇਵ ਸਾਹਿਬ ਜੀ ਪ੍ਰਮਾਤਮਾ ਦੀ ਭਗਤੀ ਦੇ ਵਿੱਚ, ਰਸ ਦੇ ਵਿੱਚ ਹੋਰ ਲੀਨ ਹੋ ਗਏ ਹਨ। ਹੋਰ ਉਹਨਾਂ ਦਾ ਆਨੰਦ ਜਿਹੜਾ ਸੀ ਹੋਰ ਗੂੜ ਹੋ ਗਿਆ ਪ੍ਰਮਾਤਮਾ ਦੇ ਨਾਲ। ਸੋ ਪ੍ਰਭੂ ਨੇ ਪ੍ਰਗਟ ਹੋ ਕਰਕੇ ਫਿਰ ਆਪਣੇ ਭਗਤ ਨੂੰ ਹੋਏ ਦਇਆਲ ਮਿਲੇ ਗਲ ਲਾਵੇ, ਉਹਨੂੰ ਦਿਆਲੂ ਕਿਰਪਾਲੂ ਹੋ ਕੇ ਗਲੇ ਲਗਾਇਆ ਭਗਤ ਜੈਦੇਵ ਜੀ ਨੂੰ। ਸੰਤ ਅਨੰਤ ਨਾ ਭੇਦ ਗਣਾਵੈ। ਸੋ ਐਸਾ ਪਰਮੇਸ਼ਰ ਜਿਹੜਾ ਆਪਣੇ ਭਗਤਾਂ ਦੇ ਵਸ ਵਿੱਚ ਆ ਜਾਂਦਾ ਹੈ, ਸੋ ਪਰਮੇਸ਼ਰ ਜੋ ਅਨੰਤ ਹੈ, ਅੰਤ ਤੋਂ ਰਹਿਤ ਹੈ। ਤੇ ਸੰਤ ਦੀ ਮਹਿਮਾ ਵੀ ਕਹਿੰਦੇ ਅੰਤ ਰਹਿਤ ਹੀ ਹੈ। ਸੰਤ ਅਨੰਤ ਨਾ ਭੇਦ ਗਨਾਵੇ। ਨਾ ਸੰਤ ਦਾ ਹੀ ਕੋਈ ਭੇਦ ਹੈ ਤੇ ਨਾ ਪਰਮੇਸ਼ਰ ਦਾ ਹੀ ਕੋਈ ਭੇਦ ਹੈ। ਦੋਵੇਂ ਅੰਤਰੈਤ ਅਨੰਤ ਹਨ। ਅੰਤਰੈਤ ਹੈ, ਇਸ ਭੇਦ ਨੂੰ ਪਰਮੇਸ਼ਰ ਜਤਾਉਂਦਾ ਨਹੀਂ ਹੈ, ਕਿਸੇ ਨੂੰ ਦੱਸਦਾ ਨਹੀਂ ਹੈ। ਉਹ ਸੰਤ ਤਾਂ ਪਰਮੇਸ਼ਰ ਦਾ ਹੀ ਸਰੂਪ ਹੋ ਜਾਂਦੇ ਹਨ। ਨਾ ਉਹ ਆਪਣਾ ਭੇਦ ਕਿਸੇ ਨੂੰ ਦੱਸਦੇ, ਨਾ ਕਹਿੰਦੇ ਪਰਮੇਸ਼ਰ ਆਪਣਾ ਭੇਦ ਕਿਸੇ ਨੂੰ ਦੱਸਦਾ ਹੈ। ਉਹ ਭੇਦ ਤੋਂ ਰਹਿਤ ਹੋ ਕਰਕੇ ਹੀ ਸਤ ਸੰਗਤ ਜੀ ਆਪਣੇ ਪਿਆਰਿਆਂ ਦੀ ਇੱਜ਼ਤ ਪਾਲਦਾ ਹੈ, ਉਹਨਾਂ ਦੀ ਸਹਾਇਤਾ ਕਰਦਾ। ਇਸ ਤਰ੍ਹਾਂ ਸਤ ਸੰਗਤ ਜੀ ਭਗਤ ਜੈਦੇਵ ਜੀ ਨੂੰ ਜੀਵਨ ਦਾ ਜਿਹੜਾ ਰਸ ਹੈ ਉਹ ਪ੍ਰਾਪਤ ਹੋਇਆ। ਪਰਮੇਸ਼ਰ ਨੇ ਆਪ ਉਹਨਾਂ ਦਾ ਰੂਪ ਧਾਰਨ ਕਰਕੇ ਉਹਨਾਂ ਦੀ ਭਗਤੀ ਨੂੰ ਫਲ ਲਾਇਆ ਔਰ ਫਿਰ ਆਪਣੇ ਦਰਸ਼ਨ ਵੀ ਬਖਸ਼ਿਸ਼ ਕੀਤੇ। ਅਤੇ ਭਗਤ ਜੈਦੇਵ ਸਾਹਿਬ ਜੀ ਜਿਹੜੇ ਹਨ ਉਹ ਸ਼੍ਰੋਮਣੀ ਭਗਤਾਂ ਦੇ ਵਿੱਚ ਗਿਣੇ ਜਾਂਦੇ ਨੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚ ਉਹਨਾਂ ਦਾ ਪਾਵਨ ਪਵਿੱਤਰ ਸ਼ੁਭ ਉਪਦੇਸ਼ ਅਸੀਂ ਪੜ੍ਹਦੇ ਹਾਂ। ਸਤਿਗੁਰੂ ਜੀ ਦੀ